ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਸਤਿਗੁਰ ਮਿਲਿਐ ਸਦ ਭੈ ਰਚੈ, ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਝੈ ਕੋਇ, ਬਿਨ ਬੂਝੈ ਕਰਮ ਕਮਾਵਣੇ। ਜਨਮ ਪਦਾਰਥ ਖੋਏ ਰਹਾਉ, ਜਿਨੀ ਚਾਖਿਆ ਤਿਨੀ ਸਾਧ ਪਾਇਆ। ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨ ਜਾਏ। ਪੀਵਤ ਹੂੰ ਪਰਵਾਣ ਭਇਆ, ਪੂਰੇ ਸ਼ਬਦ ਸਮਾਏ। ਆਪੇ ਦੇ ਤਾਂ ਪਾਈਐ, ਹੋਰ ਕਰਨਾ ਕਿਛੂ ਨ ਜਾਏ। ਦੇਵਣ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਜੇਹਾ ਕੀਤੋਨ ਤੇਹਾ ਹੋਆ, ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ, ਵਿਣ ਨਾਵੇਂ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਐਸਾ ਪ੍ਰਕਾਸ਼ ਹੈ, ਇੱਕ ਐਸਾ ਚਾਨਣ ਹੈ, ਜਿਸ ਦੇ ਨਾਲ ਮਨੁੱਖੀ ਮਨਾਂ ਦੇ ਅੰਦਰ ਵੀ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਇੱਕ ਐਸਾ ਚਾਨਣ ਹੈ, ਇੱਕ ਐਸੀ ਦੈਵੀ ਰੋਸ਼ਨੀ ਹੈ, ਜਿਸ ਦੇ ਨਾਲ
ਸਾਡੇ ਮਨ ਦੇ ਅੰਦਰੋਂ ਮੋਹ ਮਾਇਆ ਦਾ, ਅਗਿਆਨਤਾ ਦਾ, ਭਰਮ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਭਰਮ ਦਾ ਹਨੇਰਾ ਦੂਰ ਹੋ ਜਾਵੇ, ਉਸ ਵੇਲੇ ਸਾਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਹੈ। ਸਾਡਾ ਆਪਾ ਕੀ ਹੈ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਮਨ ਦਾ ਅਸਲੀ ਰੂਪ ਇਹ ਨਹੀਂ ਜੋ ਅਸੀਂ ਵੇਖ ਰਹੇ ਹਾਂ। ਇਸ ਮਨ ਦਾ ਅਸਲੀ ਰੂਪ ਜੋਤ ਹੈ, ਗਿਆਨ ਹੈ, ਦੈਵੀ ਪ੍ਰਕਾਸ਼ ਹੈ। ਹਜ਼ੂਰ ਕਹਿੰਦੇ, ਜਦੋਂ ਅੰਦਰ ਗਿਆਨ ਦਾ ਦੀਵਾ ਬਲ ਪਵੇ, ਅਗਿਆਨ ਦਾ ਹਨੇਰਾ ਨਾਸ ਹੁੰਦਾ ਹੈ। ਅਗਿਆਨ ਦਾ ਹਨੇਰਾ ਨਾਸ ਹੋਣ ਦੇ ਨਾਲ ਹੀ ਮਨ ਨੂੰ ਆਪਣੇ ਮੂਲ ਰੂਪ ਦੀ ਸੋਝੀ ਹਾਸਲ ਹੁੰਦੀ ਹੈ। ਜਦੋਂ ਮਨੁੱਖ ਆਪਣੇ ਆਪੇ ਨਾਲ ਜੁੜ ਜਾਂਦਾ ਹੈ ਤੇ ਫਿਰ ਉਸ ਪਰਮਾਤਮਾ ਦੇ ਵੀ ਦੀਦਾਰ ਹੋ ਜਾਂਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭਾਈ ਰੇ ਗੁਰਮੁਖ ਬੁੱਝੈ ਕੋਇ। ਹੇ ਭਾਈ, ਇਸ ਗੱਲ ਨੂੰ ਗੁਰੂ ਦੁਆਰਾ ਕੋਈ ਵਿਰਲਾ ਹੀ ਸਮਝਦਾ ਹੈ। ਕਿਹੜੀ ਗੱਲ ਨੂੰ? ਸਾਡੇ ਜੀਵਨ ਦਾ ਮਨੋਰਥ ਕੀ ਹੈ? ਬਹੁਤੇ ਲੋਕ ਤਾਂ ਇਹੀ ਸਮਝੀ ਬੈਠੇ ਹਨ, ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਉਹਨਾਂ ਦਾ ਮਨੋਰਥ ਇਹੀ ਬਣਿਆ ਹੋਇਆ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤ ਚੁਰੋਕਣੇ ਸਮੇਂ ਤੋਂ ਬਾਅਦ, ਲੰਬੇ ਸਮੇਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਅਸੀਂ ਇਹਦੇ ਵਿੱਚ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ। ਹਜ਼ੂਰ ਕਹਿੰਦੇ, ਜਿੰਨਾ ਚਿਰ ਤੱਕ ਕੋਈ ਆਪਣੇ ਜੀਵਨ ਦੇ ਮਕਸਦ ਨੂੰ, ਜੀਵਨ ਦੇ ਮਨੋਰਥ ਨੂੰ ਨਹੀਂ ਸਮਝਦਾ, ਉਨਾ ਚਿਰ ਤੱਕ ਜੀਵਨ ਸਫਲ ਨਹੀਂ ਹੋ ਸਕਦਾ। ਹਜ਼ੂਰ ਫਰਮਾਉਂਦੇ ਨੇ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਜਿੰਨਾ ਚਿਰ ਤੱਕ ਅਸੀਂ ਜੀਵਨ ਦੇ ਸਹੀ ਮਨੋਰਥ ਨੂੰ ਨਹੀਂ ਸਮਝਦੇ ਤੇ ਅਸੀਂ ਜਿੰਨੇ ਮਰਜ਼ੀ ਸੰਸਾਰ ਦੇ ਵਿੱਚ ਕੰਮ ਕਰ ਲਈਏ, ਪਰ ਹਜ਼ੂਰ ਕਹਿੰਦੇ ਉਹਨਾਂ ਦਾ ਕੋਈ ਲਾਭ ਨਹੀਂ ਹੋਵੇਗਾ। ਜਨਮ ਪਦਾਰਥ ਖੋਏ। ਤੁਸੀਂ ਇਹ ਹੀਰੇ ਵਰਗਾ ਅਮੋਲਕ ਜਨਮ ਵੀ ਐਵੇਂ ਭੰਗਦੇ ਪਾੜੇ ਗਵਾ ਲਵੋਗੇ। ਇਸ ਲਈ ਸਭ ਤੋਂ ਪਹਿਲਾਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣ ਦੀ ਲੋੜ ਹੈ। ਜਦੋਂ ਕੋਈ ਗੁਰੂ ਦੁਆਰਾ ਜੀਵਨ ਦੇ ਮਨੋਰਥ ਨੂੰ ਸਮਝ ਲਵੇ ਤੇ ਫਿਰ ਉਹਦੇ ਕੀਤੇ ਕਰਮ ਸਾਧਨਾ ਭਗਤੀ ਸਫਲ ਹੋਣੀ ਹੈ। ਜੇ ਹਾਲੇ ਨਿਸ਼ਾਨੇ ਦਾ ਹੀ ਪਤਾ ਨਹੀਂ ਬਈ ਤੀਰ ਕਿੱਥੇ ਮਾਰਨਾ ਹੈ, ਤੇ ਫਿਰ ਉਹਨਾਂ ਚਿਰ ਤੱਕ ਸ਼ਸਤਰ ਵਿਦਿਆ ਦੇ ਅਭਿਆਸ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ, ਬਿਨਾਂ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ ਅਸੀਂ ਜਿੰਨੇ ਵੀ ਹੋਰ ਚੰਗੇ ਮਾੜੇ ਕਰਮ ਕਰਦੇ ਹਾਂ, ਉਹਨਾਂ ਦੇ ਨਾਲ ਕਦੇ ਵੀ ਸਾਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਬਲਕਿ ਜਨਮ ਰੂਪੀ ਪਦਾਰਥ ਨੂੰ ਐਵੇਂ ਭੰਗਦੇ ਪਾੜੇ ਗਵਾ ਲਵਾਂਗੇ। ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਸਾਨੂੰ ਸਿੱਖਿਆ ਦਿੰਦੇ ਹਨ, ਪ੍ਰੇਮ ਦੇ ਨਾਲ ਸੁਣੋ
ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਗੋਵਿੰਦ ਗੁਣੀ ਨਿਧਾਨ ਹੈ। ਗੋਵਿੰਦ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਗੋਵਿੰਦ ਦਾ ਅਰਥ ਮਹਾਂਪੁਰਖ ਇਸ ਤਰ੍ਹਾਂ ਕਰਦੇ ਸਨ। ਗੁਰਾਂ ਦੀ ਬਾਣੀ ਕਰਕੇ ਵਿੰਦ ਦਾ ਅਰਥ ਜੋ ਜਾਣਨ ਯੋਗ ਹੈ, ਅਥਵਾ ਗੋਵਿੰਦ, ਗੋ ਪ੍ਰਿਥਵੀ ਦਾ, ਵਿੰਦ ਦਾ ਅਰਥ ਹੁੰਦਾ ਰੱਖਿਆ, ਜੋ ਇਸ ਧਰਤੀ ਦਾ ਰਖਵਾਲਾ ਹੈ, ਉਸ ਨੂੰ ਕਹਿੰਦੇ ਨੇ ਅਕਾਲ ਪੁਰਖ। ਗੋਵਿੰਦ ਗੁਣੀ ਨਿਧਾਨ ਹੈ। ਉਹ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੂਹ ਗੁਣਾਂ ਦਾ ਭੰਡਾਰ ਹੈ। ਅੰਤ ਨਾ ਪਾਇਆ ਜਾਏ। ਉਹਦੇ ਵਿੱਚ ਇੰਨੇ ਗੁਣ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਗੁਣਾਂ ਦਾ ਖਜ਼ਾਨਾ ਹੈ, ਔਰ ਉਸ ਦੇ ਗੁਣਾਂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਕਥਨੀ ਬਦਨੀ ਨਾ ਪਾਈਐ, ਹਉ ਮੈਂ ਵਿੱਚੋਂ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਕਥਨੀ ਬਦਨੀ। ਕਥਨੀ ਦਾ ਅਰਥ ਹੈ ਕਥਾ, ਤੇ ਬਦਨੀ ਦਾ ਅਰਥ ਹੈ ਕਵੀਸ਼ਰੀ। ਕਥਾ ਵਿਖਿਆਨ ਕਰਕੇ ਤੇ ਕਵਿਤਾਵਾਂ ਗਾ ਕੇ ਵੀ ਨਹੀਂ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ। ਅਥਵਾ ਕਥਨੀ ਬਦਨੀ ਨਾ ਪਾਈਐ। ਬਦਨੀ ਦਾ ਅਰਥ ਹੈ ਮੂੰਹ ਜ਼ੁਬਾਨੀ, ਗੱਲਾਂ ਕਰਨ ਦੇ ਨਾਲ ਵੀ ਉਸ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹਉਮੈ ਵਿੱਚੋਂ ਹੋ ਜਾਏ। ਹਾਂ, ਜਦੋਂ ਅੰਦਰੋਂ ਹਉਮੈ ਨਿਕਲ ਜਾਵੇ ਤੇ ਫਿਰ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ, ਉਹਦੇ ਦੀਦਾਰ ਹੋ ਸਕਦੇ ਹਨ। ਸਤਿਗੁਰ ਮਿਲਿਐ ਸਦ ਪਹਿ ਰਚੈ, ਆਪ ਵਸੈ ਮਨ ਆਏ। ਸਤਿਗੁਰ ਮਿਲਿਆ, ਜਿੱਥੇ ਸਿਹਾਰੀ ਹੋਵੇ ਮਿਲਿਆ ਪਾਠ ਕਰਨਾ। ਸਤਿਗੁਰ ਮਿਲਿਆ ਸਦ ਪਹਿ ਰਚੈ। ਹਜ਼ੂਰ ਕਹਿੰਦੇ ਸਤਿਗੁਰੂ ਦੇ ਨਾਲ ਮਿਲਣ ਕਰਕੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਹਰ ਦਰਗਹਿ ਕਾ ਬਾਸੀਠ, ਸਦ ਭੈ ਰਚੈ। ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਤਦਾਕਾਰ ਹੋ ਜਾਂਦਾ ਹੈ। ਇਹ ਵਾਹਿਗੁਰੂ ਆਪ ਵਸੈ ਮਨ ਆਏ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਸਤਿਗੁਰੂ ਦੇ ਨਾਲ ਮਿਲ ਕੇ ਜਦੋਂ ਸਾਡਾ ਮਨ ਹਮੇਸ਼ਾ ਲਈ ਵਾਹਿਗੁਰੂ ਦੇ ਭੈ ਦੇ ਵਿੱਚ ਤਦਾਕਾਰ ਹੋ ਜਾਵੇ, ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਇਹਦੇ ਮਨ ਦੇ ਵਿੱਚ ਵਸ ਜਾਂਦਾ ਹੈ। ਭਾਈ ਰੇ ਗੁਰਮੁਖ ਬੂਝੈ ਕੋਏ, ਬਿਨ ਬੂਝੈ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨੀ ਚਾਖਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਤਿਨੀ ਸਾਧ ਪਾਇਆ, ਉਹਨਾਂ ਨੇ ਹੀ ਅਸਲੀ ਸਵਾਦ ਪ੍ਰਾਪਤ ਕੀਤਾ ਹੈ। ਬਿਨ ਚਾਖੇ ਭਰਮ ਭੁਲਾਏ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੀ ਨਹੀਂ, ਭਰਮ ਭੁਲਾਏ, ਉਹ ਤਾਂ ਭਰਮ ਦੇ ਵਿੱਚ ਹੀ ਭੁੱਲੇ ਭੁਲਾਏ ਫਿਰਦੇ ਹਨ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਸੱਚਾ ਹੈ ਤੇ ਅੰਮ੍ਰਿਤ ਰੂਪ ਹੈ, ਕਹਿਣਾ ਕਛੂ ਨਾ ਜਾਏ। ਇਹਦੇ ਬਾਰੇ ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਜੇ ਕੋਈ ਪੁੱਛੇ ਵਾਹਿਗੁਰੂ ਦੇ ਨਾਮ ਦੀ ਸਿਫਤ ਕੀ ਹੈ, ਤਾਂ ਹਜ਼ੂਰ ਕਹਿੰਦੇ ਇੰਨਾ ਹੀ ਕਹਿ ਸਕਦੇ ਹਾਂ
ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੱਚਾ ਹੈ ਤੇ ਅੰਮ੍ਰਿਤ ਰੂਪ ਹੈ। ਅਮਰ ਪਦਵੀ ਮੌਤ ਤੋਂ ਰਹਿਤ ਜੀਵਨ ਬਖਸ਼ਿਸ਼ ਕਰਨ ਵਾਲਾ ਹੈ। ਕਹਿਣਾ ਕਛੂ ਨਾ ਜਾਏ, ਇਹਦੇ ਬਾਰੇ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪੀਵਤ ਹੂੰ ਪਰਵਾਣ ਭਇਆ, ਪੂਰੇ ਸ਼ਬਦ ਸਮਾਏ। ਜਿਸ ਗੁਰਸਿੱਖ ਮਾਈ ਭਾਈ ਨੇ ਇਸ ਅੰਮ੍ਰਿਤ ਨਾਮ ਨੂੰ ਪੀਤਾ ਹੈ, ਪੀਵਤ ਹੂੰ ਪ੍ਰਵਾਨ ਭਇਆ, ਉਹ ਪੀਂਦਿਆਂ ਸਾਰ ਜਿਸਨੇ ਨਾਮ ਦਾ ਅੰਮ੍ਰਿਤ ਰਸ ਪੀ ਲਿਆ, ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਗਿਆ। ਪੂਰਾ ਸ਼ਬਦ ਸਮਾਏ, ਗੁਰੂ ਦੇ ਪੂਰੇ ਸ਼ਬਦ ਦੁਆਰਾ ਫਿਰ ਉਹ ਅਕਾਲ ਪੁਰਖ ਦੇ ਵਿੱਚ ਜਾ ਕੇ ਲੀਨ ਹੋ ਗਿਆ। ਆਪੇ ਦੇ ਤਾਂ ਪਾਈਐ, ਹੋਰ ਕਰਣਾ ਕਿਛੂ ਨ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਆਪ ਹੀ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰੇ, ਉਹੀ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਆਪੇ ਦੇ ਤਾਂ ਪਾਈਐ, ਕਿਉਂਕਿ ਨਾਮ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਜਿਸ ਨੂੰ ਆਪ ਹੀ ਦੇਵੇ ਤਾਂ ਹੀ ਪ੍ਰਾਪਤ ਹੋ ਸਕਦੀ ਹੈ। ਹੋਰ ਕਰਨਾ ਕਿਛੂ ਨਾ ਜਾਏ, ਹੋਰ ਉਹਦੇ ਲਈ ਕੁਛ ਵੀ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਹੈ, ਹੋਰ ਜਿੰਨੇ ਮਰਜ਼ੀ ਅਸੀਂ ਕੋਈ ਯਤਨ ਕਰ ਲਈਏ, ਕੋਈ ਹੋਰ ਕਰਮ ਧਰਮ ਕਰ ਲਈਏ, ਪਰ ਇਹਦੇ ਨਾਲ ਵਾਹਿਗੁਰੂ ਦਾ ਨਾਮ ਨਹੀਂ ਕਦੀ ਵੀ ਪ੍ਰਾਪਤ ਹੋ ਸਕਦਾ। ਦੇਵਣ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਣ ਵਾਲੇ ਦਾਤੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਇਹ ਦਾਤ ਹੈ, ਤੇ ਜਿਸ ਨੂੰ ਦੇਣਾ ਚਾਹੇ ਗੁਰੂ ਦੁਆਰਾ ਹੀ ਬਖਸ਼ਿਸ਼ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰੂ ਦੁਆਰਾ ਪਾਏ। ਇਹ ਦਾਤ ਨਾਮ ਦੀ ਦੇਣ ਵਾਲੇ ਦਾਤੇ ਅਕਾਲ ਪੁਰਖ ਦੇ ਹੱਥ ਵਿੱਚ ਹੈ, ਤੇ ਜਿਸ ਨੂੰ ਦੇਣਾ ਚਾਹੇ ਗੁਰੂ ਦੁਆਰਾ ਪਾਏ। ਗੁਰੂ ਦੁਆਰਾ ਉਹਦੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਜੇਹਾ ਕੀ ਤੋਨ ਤੇਹਾ ਹੋਆ, ਜੇ ਕਰਮ ਕਮਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ, ਉਹ ਜਿਹਾ ਹੀ ਸੰਸਾਰ ਦੇ ਵਿੱਚ ਹੋਇਆ ਹੈ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਆਪਣੇ ਭਾਣੇ ਦਾ ਮਾਲਕ ਹੈ, ਜੋ ਵੀ ਚਾਹੁੰਦਾ ਉਹੀ ਕੁਛ ਕਰ ਸਕਦਾ ਹੈ। ਜਿਹੋ ਜਿਹਾ ਉਸਨੇ ਕੀਤਾ ਉਹੋ ਜਿਹਾ ਹੋਇਆ ਹੈ, ਤੇ ਉਹੋ ਜਿਹਾ ਹੀ ਅੱਗੇ ਲਈ ਹੋਵੇਗਾ, ਉਹੋ ਜਿਹਾ ਪਿੱਛੇ ਵੀ ਹੋਇਆ ਸੀ। ਜਿਹੇ ਕਰਮ ਕਮਾਏ, ਜੀਵ ਦੇ ਲਈ ਇਹ ਨਿਯਮ ਹੈ, ਇਹ ਜਿਹੋ ਜਿਹੇ ਕਰਮ ਕਮਾਵੇਗਾ, ਚੰਗੇ ਜਾਂ ਮਾੜੇ, ਤੇ ਇਹ ਉਹੋ ਜਿਹਾ ਬਣ ਜਾਵੇਗਾ। ਜਤ ਸਤ ਸੰਜਮ ਨਾਮ ਹੈ, ਵਿਣ ਨਾਵੇਂ ਨਿਰਮਲ ਨਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲੋਕ ਜਤ ਬ੍ਰਹਮਚਰਜ ਰੱਖਦੇ ਨੇ ਤੇ ਸਤ ਪਰਤਗੀ ਹੁੰਦੇ ਨੇ ਤੇ ਸੰਜਮ ਇੰਦਰੀਆਂ ਦਾ ਦਮਨ ਕਰਦੇ ਨੇ, ਪਰ ਗੁਰਮੁਖਾਂ ਦੇ ਲਈ ਸਭ ਕੁਝ ਨਾਮ ਹੀ ਹੈ। ਵਿਣ ਨਾਵੇਂ ਨਿਰਮਲ ਨਾ ਹੋਏ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਸਾਡਾ ਮਨ ਕਦੀ ਵੀ ਨਿਰਮਲ ਨਹੀਂ ਹੋ ਸਕਦਾ। ਚਾਹੇ ਜਤ ਵੀ ਰੱਖ ਲਈਏ, ਸਤ ਵੀ ਰੱਖ ਲਈਏ, ਇੰਦਰੀਆਂ ਦਾ ਦਮਨ ਵੀ ਕਰ ਲਈਏ, ਪਰ ਨਾਮ ਤੋਂ ਬਿਨਾਂ ਸਾਡਾ ਮਨ ਨਹੀਂ ਨਿਰਮਲ ਹੋ ਸਕਦਾ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਭਾਗਾਂ ਦਾ ਸਦਕਾ ਨਾਮ ਮਨ ਦੇ ਵਿੱਚ ਵਸਦਾ ਹੈ। ਜਿਸ ਮਨੁੱਖ ਦੇ ਪੂਰੇ ਭਾਗ ਹੁੰਦੇ ਨੇ, ਪੂਰੇ ਭਾਗ ਕਿਸ ਦੇ ਬਣਦੇ ਨੇ? ਜਿਹੜਾ ਸਤਿਗੁਰੂ ਦੇ ਚਰਨੀ ਲੱਗ ਜਾਵੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜ੍ਹਤੇ ਆ। ਇਉਂ ਪੂਰੇ ਭਾਗਾਂ ਦੇ ਨਾਲ ਇਹ ਨਾਮ ਮਨ ਦੇ ਵਿੱਚ ਵਸਦਾ ਹੈ। ਸ਼ਬਦ ਮਿਲਾਵਾ ਹੋਏ, ਹਜ਼ੂਰ ਕਹਿੰਦੇ ਯਾਦ ਰੱਖੋ, ਗੁਰੂ ਸ਼ਬਦ ਦੁਆਰਾ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਨਾਨਕ ਸਹਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਨਾਨਕ ਫਰਮਾਉਂਦੇ ਹਨ, ਸਹਜੇ ਹੀ ਰੰਗ ਵਰਤਦਾ, ਵੀ ਜਿਹੜਾ ਸਹਜੇ ਮਨ ਨੂੰ ਸ਼ਾਂਤ ਤੇ ਧੀਰਜ ਦੇ ਵਿੱਚ ਰੱਖ ਕੇ ਵਾਹਿਗੁਰੂ ਦੇ ਭਗਤੀ ਦੇ ਪ੍ਰੇਮ ਦੇ ਰੰਗ ਦੇ ਵਿੱਚ ਵਰਤਦਾ ਹੈ,
ਹਰ ਗੁਣ ਪਾਵੈ ਸੋਏ, ਤੇ ਫਿਰ ਉਹ ਉਸ ਵਾਹਿਗੁਰੂ ਦੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹਦਾ ਮਤਲਬ ਇਹ ਹੈ, ਜਿੰਨਾ ਵੀ ਕੋਈ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਦਾ ਹੈ, ਉਹਦੇ ਰੰਗ ਦੇ ਵਿੱਚ ਵਰਤਦਾ ਹੈ, ਓਨਾ ਹੀ ਉਸ ਦੇ ਨੇੜੇ ਹੋ ਜਾਂਦਾ ਹੈ। ਤੇ ਜਿੰਨਾ ਵੀ ਉਸ ਦੇ ਨੇੜੇ ਹੋ ਜਾਵੇ ਤੇ ਫਿਰ ਉਹਦੇ ਵਾਲੇ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਨੇ। ਜਿਵੇਂ ਨਿਰਭਉ ਤੇ ਨਿਰਵੈਰ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਸ਼ੇਸ਼ ਗੁਣ ਹਨ। ਜਿਹੜਾ ਮਨੁੱਖ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਮਨ ਕਰਕੇ ਉਸ ਦੇ ਨੇੜੇ ਹੋ ਜਾਂਦਾ ਹੈ, ਹਰ ਗੁਣ ਪਾਵੈ ਸੋਏ, ਉਹ ਗੁਣ ਉਸ ਨੂੰ ਵੀ ਪ੍ਰਾਪਤ ਹੋ ਜਾਂਦੇ ਨੇ। ਕੁਦਰਤੀ ਗੱਲ ਹੈ, ਜਿਵੇਂ ਚੰਦਨ ਦੇ ਨੇੜੇ ਜਾ ਕੇ ਦੂਸਰੇ ਬਿਰਛਾਂ ਨੂੰ ਵੀ ਚੰਦਨ ਦੀ ਖੁਸ਼ਬੂ ਪ੍ਰਾਪਤ ਹੋ ਜਾਂਦੀ ਹੈ। ਸਮੁੰਦਰ ਦੇ ਨੇੜੇ ਜਾ ਕੇ ਠੰਡੀਆਂ ਹਵਾਵਾਂ ਆਪਣੇ ਆਪ ਹੀ ਮਿਲਣ ਲੱਗ ਜਾਂਦੀਆਂ ਨੇ। ਅੱਗ ਦੇ ਨੇੜੇ ਜਾ ਕੇ ਸਰਦੀ ਵਿੱਚ ਆਪਣੇ ਆਪ ਹੀ ਨਿੱਘ ਮਿਲਣ ਲੱਗ ਜਾਂਦਾ ਹੈ। ਇਉਂ ਜਿਵੇਂ ਜਿਵੇਂ ਕੋਈ ਵਾਹਿਗੁਰੂ ਦੇ ਨੇੜੇ ਜਾਂਦਾ ਹੈ ਤੇ ਉਹਨੂੰ ਵਾਹਿਗੁਰੂ ਦੇ ਗੁਣ ਪ੍ਰਾਪਤ ਹੋ ਜਾਂਦੇ ਹਨ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ, ਵਿੱਚੋਂ ਮੈਂ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਹੁਤ ਸਾਰੇ ਉਹ ਵੀ ਲੋਕ ਹਨ ਜਿਹੜੇ ਪਹਿਲਾਂ ਤਪ ਦੇ ਨਾਲ, ਯੋਗ ਦੇ ਨਾਲ ਜਾਂ ਕਿਸੇ ਹੋਰ ਸਾਧਨ ਦੇ ਨਾਲ ਸਰੀਰ ਨੂੰ ਸਾਧਦੇ ਨੇ ਤੇ ਹੋਰ ਤਮੋ ਗੁਣੀ ਤਪ ਵੀ ਕਰਦੇ ਨੇ। ਕੀ ਮਹਾਰਾਜ ਉਹਦੇ ਨਾਲ ਪ੍ਰਾਪਤੀ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਸੁਣ ਮਨ ਮੇਰੇ ਭਜ ਸਤਿਗੁਰ ਸਰਨਾ, ਐ ਮੇਰੇ ਮਨ ਸੋਹਣੇ ਸਿੱਖਿਆ ਭਜ ਸਤਿਗੁਰ ਸਰਨਾ। ਤੂੰ ਸਤਿਗੁਰੂ ਦੀ ਸ਼ਰਨ ਵਿੱਚ ਪੈ। ਭਜ ਦਾ ਅਰਥ ਹੁੰਦਾ ਪੈ ਜਾਣਾ। ਐ ਮੇਰੇ ਮਨ, ਐ ਮੇਰੇ ਮਨਾ ਸੋਹਣੇ ਸਿੱਖਿਆ, ਤੂੰ ਸਤਿਗੁਰੂ ਦੀ ਸ਼ਰਨ ਵਿੱਚ ਪੈ। ਕਿਉਂ? ਗੁਰ ਪ੍ਰਸਾਦੀ ਛੁਟੀਐ ਬਿਖ ਭਵਜਲ ਸ਼ਬਦ ਗੁਰ ਧਰਨਾ। ਗੁਰੂ ਦੀ ਕਿਰਪਾ ਦੁਆਰਾ ਹੀ ਛੁੱਟੀਦਾ ਹੈ ਵਿਕਾਰਾਂ ਤੋਂ, ਬਦੀਆਂ ਤੋਂ, ਪਾਪਾਂ ਤੋਂ। ਬਿਖ ਭਵਜਲ ਸ਼ਬਦ ਗੁਰ ਧਰਨਾ। ਤੇ ਆ ਜਿਹੜਾ ਬਿਖ ਦਾ ਅਰਥ ਹੈ ਵਿਓਲਾ, ਜ਼ਹਿਰੀਲੇ ਪਾਣੀ ਵਾਲਾ ਸਮੁੰਦਰ ਸੰਸਾਰ ਹੈ, ਜਿਸ ਦੇ ਵਿੱਚ ਵਿਸ਼ਿਆਂ ਦੀ ਜ਼ਹਿਰ ਘੁਲੀ ਹੋਈ ਹੈ। ਸ਼ਬਦ ਗੁਰ ਧਰਨਾ, ਇਹ ਗੁਰੂ ਦੇ ਸ਼ਬਦ ਦੇ ਬੇੜੇ ਤੇ ਚੜ੍ਹ ਕੇ ਪਾਰ ਕਰਨਾ। ਇਹਦਾ ਮਤਲਬ ਇਹ ਹੈ, ਸਤਿਗੁਰੂ ਦਾ ਸ਼ਬਦ, ਗੁਰੂ ਦਾ ਬਖਸ਼ਿਆ ਨਾਮ ਇੱਕ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰਿਓ ਤਾਰਨ ਹਾਰ। ਇਹ ਜਿਹੜਾ ਸੰਸਾਰ ਹੈ, ਇਹ ਤੇ ਵਿਓਲਾ ਸਮੁੰਦਰ ਹੈ, ਜ਼ਹਿਰੀਲੇ ਪਾਣੀ ਦਾ ਭਰਿਆ ਹੋਇਆ ਸਾਗਰ ਹੈ, ਤੇ ਗੁਰੂ ਦੇ ਸ਼ਬਦ ਦੇ ਬੇੜੇ ਤੇ ਚੜ੍ਹ ਕੇ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਹੋਰ ਚਾਹੇ ਜਿੰਨੇ ਮਰਜ਼ੀ ਕੋਈ ਹੱਠ ਦੇ ਨਾਲ ਕਰਮ ਧਰਮ ਕਰ ਲਵੇ ਤੇ ਪਰ ਪ੍ਰਾਪਤੀ ਨਹੀਂ ਹੋਵੇਗੀ। ਕਾਇਆ ਸਾਧੈ ਉਰਧ ਤਪ ਕਰੇ। ਹਾਜ਼ੂਰ ਕਹਿੰਦੇ ਜਿਹੜਾ ਮਨੁੱਖ ਕਾਇਆ ਨੂੰ ਸਾਧਦਾ ਹੈ, ਇਹਦਾ ਮਤਲਬ ਇਹ ਹੈ, ਜਿਸ ਮਨੁੱਖ ਨੇ ਯੋਗ ਸਾਧਨਾ ਕਰਨੀ ਹੋਵੇ ਤੇ ਪਹਿਲਾਂ ਉਸ ਨੂੰ ਸਰੀਰ ਨੂੰ ਸਾਧਣਾ ਪੈਂਦਾ। ਯੋਗੀ ਲੋਕ ਆਪਣੇ ਸਰੀਰ ਨੂੰ ਸ਼ੁੱਧ ਕਰਨ ਦੇ ਵਾਸਤੇ ਨਿਵਲੀ, ਧੋਤੀ, ਬਸਤੀ ਆਦਿ ਕਰਮ ਕਰਦੇ ਸਨ। ਨਿਵਲੀ ਕਰਮ ਉਸ ਨੂੰ ਕਹਿੰਦੇ ਨੇ ਪੇਟ ਦੀ ਸਫਾਈ ਦੇ ਨਾਲ ਜਿਸ ਦਾ ਸੰਬੰਧ ਹੁੰਦਾ ਸੀ। ਅਤੇ ਨੇਤੀ ਧੋਤੀ ਜਿਹੜਾ ਕਰਮ ਉਹ ਹੁੰਦਾ ਸੀ ਜਿਹੜਾ ਆਪਣੇ ਛਾਤੀ ਦੀ ਬਲਗਮ ਸਾਫ਼ ਕਰਨ ਦੇ ਵਾਸਤੇ ਕਰਮ ਕਰਦੇ ਸਨ। ਤੇ ਬਸਤੀ ਉਸ ਕਰਮ ਨੂੰ ਕਹਿੰਦੇ ਸਨ ਜਿਸ ਦੇ ਨਾਲ ਗਲੇ ਨੂੰ, ਮੂੰਹ ਨੂੰ, ਨੱਕ ਨੂੰ ਸਾਫ਼ ਕੀਤਾ ਜਾਂਦਾ ਸੀ। ਨੇਤੀ, ਧੋਤੀ, ਬਸਤੀ ਇਹ ਸਰੀਰ ਦੀ ਸਫਾਈ ਦੇ ਕਰਮ ਸਨ। ਤੇ ਜਿੰਨਾ ਚਿਰ ਤੱਕ ਸਰੀਰ ਵਿੱਚੋਂ ਮੈਲ ਨਹੀਂ ਸੀ ਨਿਕਲਦੀ, ਉਹਨਾਂ ਚਿਰ ਯੋਗ ਸਾਧਨ ਕਰਨੇ ਵੀ ਔਖੇ ਸਨ। ਕਿਉਂਕਿ ਸਰੀਰ ਵਿੱਚ ਜਿੰਨਾ ਚਿਰ ਮੈਲ ਹੁੰਦੀ ਹੈ, ਗੰਦਗੀ ਹੁੰਦੀ ਹੈ, ਤੇ ਉਹਨਾਂ ਚਿਰ ਤੱਕ ਇਹ ਸਰੀਰ ਬਹੁਤੀ ਦੇਰ ਠੀਕ ਨਹੀਂ ਰਹਿ ਸਕਦਾ। ਇਹਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਸੀ। ਇਸੇ ਲਈ ਪਹਿਲਾਂ ਕਾਇਆ ਨੂੰ ਸਾਧਣਾ ਪੈਂਦਾ ਸੀ। ਕਾਇਆ ਸਾਧੈ, ਕਈ ਲੋਕ ਸਰੀਰ ਨੂੰ ਸਾਧਦੇ ਨੇ। ਉਰਧ ਤਪ ਕਰੈ, ਤੇ ਕਈ ਪੁੱਠੇ ਲਟਕ ਕੇ ਤਪ ਵੀ ਕਰਦੇ ਨੇ।
ਵਿੱਚੋਂ ਹਉਮੈ ਨਾ ਜਾਏ। ਪਰ ਹਜ਼ੂਰ ਕਹਿੰਦੇ ਐਸੇ ਕੰਮ ਕਰਨ ਦੇ ਨਾਲ ਸਾਡੇ ਮਨ ਦੇ ਵਿੱਚੋਂ ਹਉਮੈ ਨਹੀਂ ਜਾ ਸਕਦੀ। ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਲੋਕ ਅਧਿਆਤਮ ਕਰਮ ਜੇ ਕਰੇ, ਵੀ ਕਾਇਆ ਨੂੰ ਸਾਧਨਾ ਤੇ ਪੁੱਠੇ ਲਟਕਣਾ, ਇਹੋ ਜਿਹੇ ਜਿਹੜੇ ਤਪ ਕਰਨੇ ਨੇ, ਕਈ ਲੋਕ ਇਹਨਾਂ ਨੂੰ ਅਧਿਆਤਮ ਕਰਮ ਕਹਿੰਦੇ ਨੇ। ਆਤਮ ਗਿਆਨ ਦੀ ਪ੍ਰਾਪਤੀ ਲਈ ਅਥਵਾ ਆਪਣੇ ਮਨ ਦੀ ਸ਼ੁੱਧੀ ਲਈ ਇਹ ਕਰਮ ਕਰਦੇ ਸਨ। ਪਰ ਹਜ਼ੂਰ ਕਹਿੰਦੇ ਜਿਹੜਾ ਮਨੁੱਖ ਐਸੇ ਅਧਿਆਤਮ ਕਰਮ ਕਰਦਾ ਹੈ, ਆਤਮ ਗਿਆਨ ਦੀ ਪ੍ਰਾਪਤੀ ਦੇ ਲਈ ਕੋਈ ਹਠ ਦੇ ਕਰਮ ਕਰਦਾ ਹੈ, ਨਾਮ ਨਾ ਕਬਹੀ ਪਾਇਓ, ਕਦੇ ਵੀ ਨਾਮ ਨੂੰ ਨਹੀਂ ਪ੍ਰਾਪਤ ਕਰ ਸਕਦਾ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਜਿਹੜਾ ਮਨੁੱਖ ਜੀਵਤ ਮਰੈ, ਜੀਵਤ ਭਾਵ ਤੋਂ ਮਰ ਜਾਂਦਾ ਹੈ, ਹਰ ਨਾਮ ਵਸੈ ਮਨ ਆਏ, ਉਹਦੇ ਮਨ ਦੇ ਵਿੱਚ ਆ ਕੇ ਨਾਮ ਵਸਦਾ ਹੈ। ਤੇ ਜਿਹਦੇ ਮਨ ਦੇ ਵਿੱਚ ਆ ਕੇ ਨਾਮ ਵਸ ਜਾਵੇ ਤੇ ਫਿਰ ਨਾਮ ਹੀ ਹਉਮੈ ਨੂੰ ਨਾਸ ਕਰਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ। ਜਿੱਥੇ ਹਉਮੈ ਆ ਜਾਵੇ ਉੱਥੇ ਨਾਮ ਨਹੀਂ ਟਿਕ ਸਕਦਾ। ਤੇ ਜਿੱਥੋਂ ਤੱਕ ਕਰਮ ਦਾ ਸੰਬੰਧ ਹੈ, ਭਗਤ ਕਬੀਰ ਜੀ ਨੇ ਲਿਖਿਆ ਹੈ, ਕਰਮ ਕਰਤ ਵਧੇ ਅਹੰਮੇਵ। ਜਿੰਨੇ ਮਰਜੀ ਤੁਸੀਂ ਚੰਗੇ ਕੰਮ ਕਰ ਲਵੋ ਤੇ ਹੰਕਾਰ ਨਾਲ ਹੋਰ ਵੱਧਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਬਚਨ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਹ ਜਿਹੜੇ ਹਠ ਦੇ ਕਰਮ ਨੇ, ਹਉਮੈ ਦੇ ਕਰਮ ਨੇ, ਇਹਨਾਂ ਦੇ ਨਾਲ ਕਦੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂ, ਜਦੋਂ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਵੇ ਤੇ ਫਿਰ ਵਾਹਿਗੁਰੂ ਦਾ ਨਾਮ ਆ ਕੇ ਮਨ ਦੇ ਵਿੱਚ ਵਸਦਾ ਹੈ ਤੇ ਫਿਰ ਉਹ ਹਉਮੈ ਨੂੰ ਨਾਸ ਕਰਦਾ ਹੈ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਗੁਰ ਪ੍ਰਸਾਦੀ ਛੁਟਿਐ, ਬਿਖ ਭਵ ਜਲ ਸ਼ਬਦ ਗੁਰ ਤਰਣਾ ਰਹਾਉ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਤ੍ਰੈ ਗੁਣ ਸਭਾ ਧਾਤ ਹੈ। ਆ ਜਿਹੜਾ ਤਿਰਗੁਣੀ ਸੰਸਾਰ ਹੈ, ਇਹ ਤੇ ਸਾਰਾ ਧਾਤ ਹੈ, ਇਹ ਤੇ ਮਾਇਆ ਦੀ ਪੈਦਾਇਸ਼ ਹੈ। ਦੂਜਾ ਭਾਉ ਵਿਕਾਰ, ਤੇ ਜਿਹੜਾ ਵੀ ਮਾਇਆ ਦੇ ਮੋਹ ਦੇ ਵਿੱਚ ਖਚਿਤ ਹੋ ਜਾਂਦਾ ਹੈ, ਇਹ ਦੂਜਾ ਭਾਉ ਹੈ। ਉਹਦੇ ਅੰਦਰ ਕਾਮ ਆਦਿਕ ਵਿਕਾਰ ਪੈਦਾ ਹੁੰਦੇ ਹਨ। ਪੰਡਤ ਪੜੈ ਬੰਧਨ ਮੋਹ ਬਾਂਧਾ, ਨੈ ਬੂਝੈ ਬਿਖਿਆ ਪਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪੰਡਤ ਹੈ, ਵਿਦਵਾਨ ਹੈ, ਵੇਦ ਪਾਠੀ ਹੈ ਅਤੇ ਸ਼ਾਸਤਰੀ ਵੀ ਹੈ, ਉਹ ਪੰਡਤ ਵੇਦਾਂ ਸ਼ਾਸਤਰਾਂ ਨੂੰ ਪੜ੍ਹਦਾ ਤੇ ਹੈ, ਪਰ ਬੰਧਨ ਮੋਹ ਬਾਧਾ, ਉਹ ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚ ਬੱਝਿਆ ਰਹਿੰਦਾ ਹੈ। ਨਹਿ ਬੂਝੈ ਵਿਖਿਆ ਪਿਆਰ, ਉਹ ਅਸਲੀ ਵੇਦਾਂ ਸ਼ਾਸਤਰਾਂ ਦੇ ਤੱਤ ਨੂੰ ਸਮਝਦਾ ਨਹੀਂ ਹੈ। ਕਿਉਂ? ਵਿਖਿਆ ਪਿਆਰ, ਉਹਦਾ ਮਾਇਆ ਦੇ ਨਾਲ ਪ੍ਰੇਮ ਹੁੰਦਾ ਹੈ। ਜਿਹੜੇ ਵਿਦਵਾਨ ਲੋਕ ਨੇ, ਉਹ ਆਪਣੀ ਵਿਦਿਆ ਨੂੰ ਆਪਣੇ ਰੁਜ਼ਗਾਰ ਦੇ ਲਈ ਵਰਤਣ ਲੱਗ ਪੈਂਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੰਡਤ ਪੜ੍ਹਦਾ ਤੇ ਹੈ ਵੇਦਾਂ ਸ਼ਾਸਤਰਾਂ ਨੂੰ, ਪਰ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਬੱਝਿਆ ਰਹਿੰਦਾ ਹੈ। ਉਹਨੂੰ ਅਸਲੀ ਪਰਮਾਰਥ ਦੀ ਸਮਝ ਨਹੀਂ ਪੈਂਦੀ। ਕਿਉਂ? ਵਿਖਿਆ ਪਿਆਰ, ਉਹਦੇ ਅੰਦਰ ਮਾਇਆ ਨਾਲ ਪਿਆਰ ਹੁੰਦਾ ਹੈ। ਸਤਿਗੁਰ ਮਿਲੈ ਤ੍ਰਿਕੁਟੀ ਛੂਟੈ, ਚੌਥੇ ਪਦ ਮੁਕਤ ਦੁਆਰ। ਹਾਂ, ਸਤਿਗੁਰੂ ਫਰਮਾਉਂਦੇ ਹਨ, ਸਤਿਗੁਰ ਮਿਲਿਆ, ਸਤਿਗੁਰੂ ਦੇ ਨਾਲ ਮਿਲ ਕੇ ਤ੍ਰਿਕੁਟੀ ਛੂਟਿਆ, ਜਿਹੜੀ ਤ੍ਰਿਕੁਟੀ ਖੁੱਲ੍ਹਦੀ ਹੈ। ਆ ਜਿਹੜੇ ਦੋ ਅੱਖਾਂ ਦੇ ਵਿਚਕਾਰ ਐਨ ਮੱਥੇ ਦੇ ਵਿਚਾਲੇ ਤ੍ਰਿਕੁਟੀ ਹੁੰਦੀ ਹੈ, ਜਿੱਥੇ ਈੜਾ, ਪਿੰਗਲਾ, ਸੁਖਮਨਾ, ਇਹ ਤਿੰਨ ਨਾੜੀਆਂ ਇਕੱਠੀਆਂ ਹੁੰਦੀਆਂ ਨੇ।
ਤੇ ਜਦੋਂ ਇਹਨਾਂ ਤੋਂ ਕੋਈ ਪਾਰ ਹੋ ਜਾਵੇ ਫਿਰ 10ਵੇਂ ਦੁਆਰ ਦੇ ਵਿੱਚ ਪਹੁੰਚ ਸਕਦਾ ਹੈ। ਹਜ਼ੂਰ ਕਹਿੰਦੇ ਅਸਲੀ ਜਿਹੜੀ ਇਹ ਤ੍ਰਿਕੁਟੀ ਹੈ ਨਾ, ਜਿਹੜਾ ਪਿੰਗਲਾ ਸੁਖਮਨਾ ਦੀ, ਇਹ ਸਤਿਗੁਰੂ ਦੇ ਨਾਲ ਮਿਲ ਕੇ ਹੀ ਖੁੱਲ੍ਹ ਸਕਦੀ ਹੈ। ਅਥਵਾ ਤ੍ਰਿਕੁਟੀ ਦਾ ਅਰਥ 3 ਗੁਣਾਂ ਦੀ ਗੰਢ, ਕਿਉਂਕਿ ਪਿੱਛੇ 3 ਗੁਣ ਸਭਾ ਧਾਤ ਹੈ, 3 ਗੁਣਾਂ ਦੀ ਗੱਲ ਚੱਲ ਰਹੀ ਸੀ। ਇਹ ਜਿਹੜੀ 3 ਗੁਣਾਂ ਦੀ ਗੰਢ ਹੈ, ਤ੍ਰਿਕੁਟੀ ਗੰਢ ਨੂੰ ਕਹਿੰਦੇ ਨੇ। ਜਿਹੜੀ ਇਹ 3 ਗੁਣਾਂ ਦੀ ਗੰਢ ਪਈ ਹੋਈ ਹੈ, ਇਹ ਸਤਿਗੁਰੂ ਦੇ ਨਾਲ ਮਿਲ ਕੇ ਹੀ ਖੁੱਲ੍ਹ ਸਕਦੀ ਹੈ। ਚੌਥੇ ਪਦ ਮੁਕਤ ਦੁਆਰ, ਫਿਰ ਚੌਥੇ ਪਦ ਵਿੱਚ ਜਾ ਕੇ ਮੁਕਤ ਦੁਆਰ, ਮੁਕਤੀ ਦਾ ਦੁਆਰ ਕੀ ਗਿਆਨ ਪ੍ਰਾਪਤ ਹੁੰਦਾ ਹੈ। ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਕੋਈ ਆਪਣੇ ਆਪ ਕਿੰਨੇ ਵੀ ਧਰਮ ਗ੍ਰੰਥ ਪੜ੍ਹ ਲਵੇ ਪਰ ਗੱਲ ਨਹੀਂ ਬਣੇਗੀ। ਹਾਂ, ਅਸਲੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰੀਦਾ। ਗੁਰੂ ਦੀ ਕਿਰਪਾ ਦੇ ਨਾਲ ਹੀ ਚੂਕੈ ਮੋਹ ਗੁਬਾਰ, ਮਾਇਆ ਦੇ ਮੋਹ ਦਾ ਕੁੱਪ ਹਨੇਰਾ, ਉਹ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਚੁੱਕਿਆ ਜਾਂਦਾ ਹੈ। ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ। ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ, ਗੁਰੂ ਕੇ ਸ਼ਬਦ ਦੁਆਰਾ ਮਰਨ ਤੋਂ ਮੁਰਾਦ ਇਹ ਹੈ, ਸ਼ਬਦ ਦੇ ਵਿੱਚ ਐਸਾ ਲੀਨ ਹੋ ਜਾਣਾ ਤੇ ਸੁਰਤ ਨੇ ਸਰੀਰ ਨੂੰ ਛੱਡ ਕੇ ਵਾਹਿਗੁਰੂ ਦੇ ਨਾਲ ਜੁੜ ਜਾਣਾ, ਇਹ ਹੈ ਸ਼ਬਦ ਦੁਆਰਾ ਮਰਨਾ। ਸ਼ਬਦ ਮਰੈ ਤਾਂ ਉਧਰੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਦੇਹ ਅਧਿਆਸ ਛੱਡ ਕੇ, ਸਰੀਰ ਦਾ ਮੋਹ ਛੱਡ ਕੇ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਫਿਰ ਉਹ ਉਧਰ ਜਾਂਦਾ ਹੈ। ਹਜ਼ੂਰ ਕਹਿੰਦੇ ਪਾਏ ਮੋਖ ਦੁਆਰ, ਤੇ ਫਿਰ ਉਹੀ ਗੁਰਸਿੱਖ ਮਾਈ ਭਾਈ ਜਿਹੜਾ ਅਸਲੀ ਮੋਖ ਦੁਆਰ ਬ੍ਰਹਮ ਗਿਆਨ ਉਸ ਨੂੰ ਪ੍ਰਾਪਤ ਕਰਦਾ ਹੈ। ਗੁਰ ਪ੍ਰਸਾਦੀ ਮਿਲ ਰਹੈ ਸਚ ਨਾਮ ਕਰਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੱਚ ਸੱਚੇ ਨਾਮ ਵਾਲਾ ਕਰਤਾਰ ਹੈ ਨਾ, ਜਿਹੜਾ ਸੱਚੇ ਨਾਮ ਵਾਲਾ ਕਰਤਾਰ ਹੈ, ਗੁਰੂ ਦੀ ਕਿਰਪਾ ਦੁਆਰਾ ਗੁਰਮੁਖ ਮਿਲ ਰਿਹਾ, ਉਹਦੇ ਨਾਲ ਮਿਲਿਆ ਰਹਿੰਦਾ। ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਹੀ ਸੱਚ ਨਾਮ ਕਰਤਾਰ, ਉਹ ਸੱਚੇ ਨਾਮ ਵਾਲੇ ਕਰਤਾ ਪੁਰਖ ਵਾਹਿਗੁਰੂ ਦੇ ਨਾਲ ਮਿਲਿਆ ਜਾਂਦਾ ਹੈ।